देश जदों आज़ाद होया गरीबी गुलामी विरासत के रूप च मिली, परंतु दहाके बीत जाण दे बाद भी गरीबी ना मिटी। परंतु भारत विच पिछड़ापन, किसानां दी दुर्दशा एक कुशल अगवाई दी कमी दा सिद्धा प्रमाण सी। जिथे जिथे जतन होए उथे उथे तस्वीर बदली। यही वो विश्वास सी जिसने केवल 7 सालां विच देश दे पिंड दी तस्वीर बदल दिती। इस दा आधार बनिया गुजरात दा 13 साल दा तजर्बा। मंत्र सी खेती तो इलावा पशु पालन अते गृह उद्योग नूं वधावा। पहला महिलावां दी बेवसी अते नौजवानां दे मुरझाए चेहरे दिखाई दिंदे सन। पिंड दे गलियारिਆਂ विच सुपनिਆਂ नूं पूरे होण दी कोई उम्मीद दी किरण नजर नहीं सी आउंदी। ਵੱਡੇ ਵੱਡੇ ਦਾਅਵਿਆਂ ਅਤੇ ਵਾਅਦਿਆਂ ਦੇ ਨਾਅਰਿਆਂ ਵਿਚਾਲੇ ਜਨਤਾ ਆਪਣੀਆਂ ਸਰਕਾਰਾਂ ਨੂੰ ਦਹਾਕਿਆਂ ਤੱਕ ਝੁੰਦੀ ਰਹੀ, ਪਰੰਤੂ ਟਾਕ ਦੇ ਉਹੀ ਤਿੰਨ ਪਾਤ ਸ਼ਾਇਦ ਦੇਸ਼ ਨੂੰ ਗਰੀਬੀ ਤੋਂ ਮੁਕਤੀ ਦਿਵਾਉਣ ਲਈ ਇੱਛਾ ਸ਼ਕਤੀ ਰਾਜਨੀਤੀ ਤੋਂ ਜਿਵੇਂ ਕੋਹਾਂ ਦੂਰ ਸੀ। ਪਰੰਤੂ ਸਮਾਂ ਬਦਲਿਆ ਅਤੇ ਨਵੇਂ ਭਾਰਤ ਦਾ ਵਕਤ ਆਇਆ। ਰਾਜਨੀਤੀ ਵਿੱਚ ਸੇਵਾ, ਸਮਰਪਣ ਅਤੇ ਸੁਸ਼ਾਸਨ ਦੀ ਭਾਵਨਾ ਨੇ ਵਿਕਾਸ ਦਾ ਨਵਾਂ ਤਾਣਾ ਬਾਣਾ ਬੁਨਿਆ। हमारे गांव भारत के विकास और आत्मनिर्भरता के अहम केंद्र रहे हैं। पूज्य महात्मा गांधी जी कहते थे, आत्मनिर्भरता से मेरा अर्थ है ऐसे गांव जो अपनी मूलभूत जरूरतों को पूरा करने के लिए आत्मनिर्भर हो। हमें नए नए अवसरों को, नई नई संभावनाओं को तलाशते हुए अपने गांवों को विकास के रास्ते पर आगे लेकर जाना है। गांधी दे पेंडू स्वराज ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਸ਼ੁਰੂਆਤ ਹੋਈ। ਇਸ ਨੂੰ ਜ਼ਮੀਨ ਤੇ ਲਿਆਉਣ ਲਈ ਪ੍ਰਯੋਗ ਗੁਜਰਾਤ ਦੇ ਪੁੰਸਰੀ ਵਿੱਚ ਹੋਇਆ। ਰਾਜਸਥਾਨ ਦੀ ਹੱਦ ਨਾਲ ਲੱਗਾ ਬੇਹੱਦ ਹੀ ਪਿਛੜੇ ਇਲਾਕੇ ਦਾ ਪਿੰਡ ਸੀ ਪੁੰਸਰੀ। ਇਸ ਪਿੰਡ ਦੇ ਨੌਜਵਾਨ ਸਰਪੰਚ ਹਿਮਾਂਸ਼ੂ ਪਟੇਲ ਨੇ ਪਿੰਡ ਦਾ ਕਾਇਆਕਲਪ ਕੀਤਾ, ਪਰੰਤੂ ਇਹ ਸੰਭਵ ਹੋਇਆ ਉਸ ਮਾਰਗਦਰਸ਼ਨ ਨਾਲ ਜੋ ਗੁਜਰਾਤ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਦਿੱਤਾ। ਵਿਕਾਸ ਦਾ ਤਾਣਾ ਬਾਣਾ ਬੁੰਦਿਆਂ ਨੌਜਵਾਨ ਹਿਮਾਂਸ਼ੂ ਨੇ ਨਰਿੰਦਰ ਭਾਈ ਦੇ ਸੁਪਨੇ ਨੂੰ ਸਾਕਾਰ ਕੀਤਾ। ਇਹ ਉਹ ਮਾਡਲ ਹੈ ਜੋ ਅੱਜ ਦੇਸ਼ ਦੁਨੀਆ ਲਈ ਮਿਸਾਲ ਬਣ ਗਿਆ ਹੈ। ਇਹ ਪੁੰਸਰੀ ਪਿੰਡ ਦੇ ਵਾਸੀਆਂ ਦੇ ਦਿਲਾਂ ਵਿੱਚ ਗਾਂਧੀ ਦਾ ਪਿੰਡ ਹੈ, ਜਿਸ ਨੂੰ ਡਿਜੀਟਲੀ ਸਾਕਾਰ ਕੀਤਾ ਨੌਜਵਾਨ ਦੀ ਅਗਵਾਈ ਨੇ। ਪਿੱਛੇ ਰਹੇ ਸੇਵਾ ਭਾਵਨਾ, ਸਮਰਪਣ ਭਰੇ ਯਤਨ। ਇੱਥੋਂ ਦੀਆਂ ਸਹੂਲਤਾਂ ਤੇ ਨਜ਼ਰ ਮਾਰੀਏ। ਪਿੰਡ ਦੀ ਸਿਟੀ ਬੱਸ, ਪਬਲਿਕ ਅਨਾਉਂਸਮੈਂਟ ਸਿਸਟਮ, ਬੱਚਿਆਂ ਲਈ ਕੰਪਿਊਟਰ, ਆਧੁਨਿਕ ਸਰਕਾਰੀ ਸਕੂਲ, ਪੰਚਾਇਤ ਦਾ ਦਫ਼ਤਰ, ਡਿਜੀਟਲ ਰਾਸ਼ਨ ਕੇਂਦਰ, ਗੋਬਰ ਗੈਸ ਪਲਾਂਟ ਜੋ ਪਿੰਡ ਲਈ ਬਿਜਲੀ ਵੀ ਬਣਾਉਂਦਾ ਹੋਵੇ। ਕਿਸੇ ਵਿਕਸਿਤ ਸ਼ਹਿਰ ਨੂੰ ਵੀ ਪਿੱਛੇ ਛੱਡਦੀ ਨਜ਼ਰ ਆਉਂਦੀ ਹੈ ਇਹ ਕਹਾਣੀ। ਇਸ ਪਿੰਡ ਨੂੰ ਨੌਜਵਾਨ ਸਰਪੰਚ ਹਿਮਾਂਸ਼ੂ ਪਟੇਲ ਨੇ ਦੇਸ਼ ਦਾ ਪਹਿਲਾ ਹਾਈਟੈਕ ਪਿੰਡ ਬਣਾਇਆ ਹੈ। ਇਸ ਪਿੰਡ ਨੇ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਹੈ। ਨਰਿੰਦਰ ਮੋਦੀ ਦੇ ਵਿਕਾਸ ਦਾ ਇਹ ਉਹ ਤਾਣਾ ਬਾਣਾ ਸੀ ਜਿਸ ਨੂੰ ਉਦੋਂ ਦੀ ਕੇਂਦਰ ਸਰਕਾਰ ਨੇ ਵੀ ਮੰਨਿਆ ਸੀ। ਨੌਜਵਾਨ ਹੌਸਲਿਆਂ ਨੂੰ ਬੁਲੰਦ ਕਰਨ ਅਤੇ ਪਿੰਡਾਂ ਦੇ ਕਾਇਆਕਲਪ ਦੀ ਪ੍ਰੇਰਨਾ ਕੁਝ ਖਾਸ ਸੀ, ਖੁਦ ਮੰਨਦੇ ਨੇ ਹਿਮਾਂਸ਼ੂ। ਉਸ ਵੇਲੇ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਦਾਮੋਦਰ ਦਾਸ ਮੋਦੀ ਨੇ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ। ਰਾਜਨੀਤੀ ਵਿੱਚ ਸੇਵਾ ਤੇ ਸਮਰਪਣ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਅੱਜ ਦੇ ਸਾਡੇ ਪ੍ਰਧਾਨ मंत्री। देश के प्रधानमंत्री नरेंद्र भाई मोदी जी के नेतृत्व में खास करके ग्रामीण क्षेत्र में जो डिजिटल इंडिया का जो असर देखने को मिल रहा है वो काफ़ी व्यापक प्रमाण में गांव के लोगों को सरलता प्रदान करता है। गांव के फार्मर की लैंड रिकॉर्ड हो या गांव में टेक्नोलॉजी का व्याप कैसे विस्तार किया जाए, कैसे स्कूल एजुकेशन में, प्राइमरी एजुकेशन में कैसे डिजिटलाइजेशन फॉर्म में लेके बच्चों के अंदर शिक्षा के स्वरूप में भी उसको अच्छी तरीके से इम्प्लीमेंट किया जाए, ये सारी चीज़ें स्पेशली मेरे गांव में हुई। और प्रधानमंत्री जी के नेतृत्व में पूरे देश में ये डिजिटल इंडिया की मूवमेंट से बहुत सारा फ़ायदा भी देश को हुआ है। और देश के ग्रामीण क्षेत्र भी दिन प्रतिदिन इस टेक्नोलॉजी का निरंतर उपयोग करते हुए आगामी दिनों में भी गांव एक डिजिटल इंडिया मूवमेंट में जुड़ने की तैयारी में लगे हुए हैं। ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਪਿੰਡਾਂ ਨੂੰ ਤਕਨੀਕ ਨਾਲ ਜੋੜ ਰਹੇ ਸਨ। ਵਿਕਾਸ ਦੀ ਸੋਚ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਖਾਕਾ ਖਿੱਚ ਰਹੇ ਸਨ। ਉਹਨਾਂ ਨੇ ਪੰਚਾਇਤੀ ਰਾਜ ਵਿਵਸਥਾ ਮਜ਼ਬੂਤ ਕੀਤੀ
ਦਿਨ ਰਾਤ ਪਿੰਡਾਂ ਦੀ ਭਲਾਈ ਵਿੱਚ ਲੱਗੇ ਰਹੇ। ਉਹਨਾਂ ਦੀ ਮਿਹਨਤ ਰੰਗ ਲਿਆਈ। ਨਰਿੰਦਰ ਮੋਦੀ ਜਨ ਸੇਵਾ ਅਤੇ ਲਗਾਤਾਰ ਯਤਨ ਦੇ ਚੱਲਦਿਆਂ ਗੁਜਰਾਤ ਦਾ ਪਿੰਡ ਚਮਕ ਗਿਆ। 13 ਸਾਲ ਦੇ ਕਾਰਜਕਾਲ ਵਿੱਚ ਗੁਜਰਾਤ ਵਿੱਚ ਖੇਤੀ ਦੇਸ਼ ਤੋਂ 3 ਗੁਣਾ ਬਿਹਤਰ ਹੋ ਗਈ। ਨਿਸ਼ਕਾਮ ਸੇਵਾ ਅਤੇ ਸਮਰਪਣ ਦਾ ਮੂਲ ਮੰਤਰ ਨਰਿੰਦਰ ਭਾਈ ਨੂੰ ਇੱਕ ਡਾਕਟਰ ਤੋਂ ਮਿਲਿਆ। ਉਹਨਾਂ ਦੇ ਪਿੰਡ ਵਡਨਗਰ ਦੇ ਡਾਕਟਰ ਦਵਾਰਕਾ ਦਾਸ ਜੋਸ਼ੀ ਤੋਂ ਉਹਨਾਂ ਨੂੰ ਮਿਲੀ ਪ੍ਰੇਰਣਾ। ਡਾਕਟਰ ਜੋਸ਼ੀ ਮੁੰਬਈ ਵਿੱਚ ਅੱਖਾਂ ਦੇ ਵੱਡੇ ਡਾਕਟਰ ਸਨ, ਜਿਨ੍ਹਾਂ ਨੂੰ ਪਿੰਡ ਅਤੇ ਸਮਾਜ ਲਈ ਕੁਝ ਕਰਨ ਦੀ ਲਾਲਸਾ ਸੀ। ਉਹਨਾਂ ਨੇ ਆਪਣੇ ਵਤਨ ਵਡਨਗਰ ਵਿੱਚ ਸਾਲਾਂ ਤੱਕ ਲੋਕਾਂ ਦਾ ਮੁਫਤ ਇਲਾਜ ਕੀਤਾ। ਡਾਕਟਰ ਜੋਸ਼ੀ ਪਿੰਡ ਦੇ ਵਿਕਾਸ ਨੂੰ ਰੋਕਣ ਵਾਲੀ ਦਲਾਂ ਦੀ ਸਥਾਨਕ ਰਾਜਨੀਤੀ ਦੇ ਵੱਡੇ ਆਲੋਚਕ ਸਨ। ਉਹਨਾਂ ਦਾ ਮੰਨਣਾ ਸੀ ਕਿ ਪਿੰਡ ਵਿੱਚ ਭੋਲੇ ਭਾਲੇ ਲੋਕਾਂ ਦਾ ਦੇਸ਼ ਵਸਦਾ ਹੈ। ਵਿਕਾਸ ਲਈ ਨੇਤਾਵਾਂ ਕੋਲ ਰਾਜਨੀਤੀ ਨੂੰ ਛੱਡ ਕੇ ਕੁਝ ਠੋਸ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਤੇ ਇੱਥੋਂ ਸ਼ੁਰੂ ਹੋਈ ਪ੍ਰਧਾਨ ਮੰਤਰੀ ਮੋਦੀ ਜਨ ਸੇਵਾ, ਸਮਰਪਣ ਅਤੇ ਸੁਸ਼ਾਸਨ ਦੀ ਪ੍ਰੇਰਣਾ, ਜਿਸ ਨੂੰ नरेंद्र मोदी ने अपने जीवन का मूल मंत्र बना लिया। अभी नरेंद्र भाई और द्वारकादास भाई का संबंध गुरु शिष्य का ही पहले से ही रहा। उनके लिए बहुत आदर था, बहुत भावना थी। पिताजी को पूछा कि आप मेरे लिए क्या आदेश करते हो, मुझे क्या करना चाहिए गुजरात के लिए, ये सीएम होने के लिए नाते। तो पिताजी ने उनको इतना ही कहा कि तुम ग्राम स्वराज्य का नियम बना दो। एक संवेदनशील लोक सेवक ਤਾਂ ਮੁੱਖ ਮੰਤਰੀ ਨਰਿੰਦਰ ਮੋਦੀ ਸੀ ਹੀ। ਉਹ ਸੂਬੇ ਦੀ ਭਰਪੂਰ ਸੇਵਾ ਕਰ ਰਹੇ ਸਨ, ਲੇਕਿਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਆਪਣੇ ਨਵੇਂ ਮੰਚ ਲਈ ਆਪਣੇ ਦਾਇਰੇ ਨੂੰ ਹੋਰ ਵੱਡਾ ਕਰ ਲਿਆ। ਹੁਣ ਉਹਨਾਂ ਦਾ ਦਾਇਰਾ ਸੀ ਭਾਰਤ ਅਤੇ ਦੇਖ ਰਿਹਾ ਸੀ ਪੂਰਾ ਵਿਸ਼ਵ। ਦੇਸ਼ ਲਈ ਨਿਸ਼ਕਾਮ ਭਾਵਨਾ ਨਾਲ ਖੁਦ ਦਾ ਜੀਵਨ ਲਗਾ ਦਿੱਤਾ। ਇਸ ਲੋਕ ਨਾਇਕ ਨੇ ਲੋਕ ਕਲਿਆਣ ਲਈ ਖੁਦ ਨੂੰ ਬਣਾ ਦਿੱਤਾ ਪ੍ਰਧਾਨ ਸੇਵਕ। ਗੁਜਰਾਤ ਦਾ ਤਜਰਬਾ ਦੇਸ਼ ਦੇ ਵਿਕਾਸ ਦਾ ਨਵਾਂ ਮਾਡਲ ਬਣਿਆ। ਪੀਐਮ ਬਣਨ ਤੋਂ ਬਾਅਦ ਸੰਕਲਪ ਨੂੰ ਸਿੱਧੀ ਬਣਾਉਣ ਵਿੱਚ ਲੱਗ ਗਏ ਮੋਦੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿਸੇ ਵੀ ਦੇਸ਼ ਦੇ ਵਿਕਾਸ ਦੀ ਨੀਂਹ ਪਿੰਡਾਂ ਦੀ ਭਲਾਈ ਵਿੱਚ ਹੀ ਹੈ। बीते 7 वर्षों में शुरू हुई अनेक योजनाओं का लाभ करोड़ों गरीबों को उनके घर तक पहुंचा है। उज्ज्वला से लेकर आयुष्मान भारत की ये ताकत आज देश का हर गरीब जानता है। ਰਾਜਨੀਤੀ ਵਿੱਚ ਸਰਗਰਮ ਰੂਪ ਵਿੱਚ ਆਉਣ ਤੋਂ ਪਹਿਲਾਂ ਪੀਐਮ ਮੋਦੀ ਜਨ ਸੇਵਾ ਕਰਦੇ ਰਹੇ। ਦੇਸ਼ ਭਰ ਦੇ 400 ਤੋਂ ਜ਼ਿਆਦਾ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਸੀ। ਇਸੇ ਦੌਰਾਨ ਉਹਨਾਂ ਨੇ ਪੇਂਡੂ ਜੀਵਨ ਦੀਆਂ ਕਠਿਨਾਈਆਂ ਨੂੰ ਗਹਿਰਾਈ ਨਾਲ ਦੇਖਿਆ ਅਤੇ ਸਮਝ ਲਿਆ ਸੀ। ਇਸ ਦਾ ਲਾਭ ਉਹਨਾਂ ਨੂੰ ਮਿਲਿਆ ਸਰਕਾਰ ਦੇ ਫੈਸਲੇ ਲੈਂਦੇ ਸਮੇਂ। ਜਦੋਂ ਨਰਿੰਦਰ ਮੋਦੀ ਨੂੰ ਗੁਜਰਾਤ ਦੀ ਜ਼ਿੰਮੇਵਾਰੀ ਮਿਲੀ, ਉਸ ਵੇਲੇ ਗੁਜਰਾਤ ਵਿੱਚ ਵੱਡੀ ਚੁਣੌਤੀ ਸੀ ਪੁੱਜ ਦੇ ਭੁਚਾਲ ਤੋਂ ਸੂਬੇ ਨੂੰ ਉਭਾਰਨਾ। ਆਰਥਿਕ ਤੇ ਸਮਾਜਿਕ ਦੋਹਾਂ ਰੂਪਾਂ ਵਿੱਚ ਪਿੱਛੇ ਰਹਿ ਗਿਆ ਸੀ ਗੁਜਰਾਤ, ਪਰੰਤੂ ਉਹਨਾਂ ਦੀਆਂ ਦੂਰਦਰਸ਼ੀ ਯੋਜਨਾਵਾਂ, ਸੇਵਾ, ਸਮਰਪਣ ਅਤੇ ਸੁਸ਼ਾਸਨ ਦੇ ਚੱਲਦਿਆਂ ਹੌਲੀ-ਹੌਲੀ ਬਦਲਾਅ ਹੋਏ। ਗੁਜਰਾਤ ਦੇ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਹੀ ਕੁੱਲ ਘਰੇਲੂ ਉਤਪਾਦਨ ਵਿੱਚ 10ਵੀਂ ਤੱਕ ਦਾ ਵਾਧਾ ਹੋਇਆ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਗੁਜਰਾਤ ਦੇ ਏਕੀਕ੍ਰਿਤ ਵਿਕਾਸ ਲਈ ਨਰਿੰਦਰ ਮੋਦੀ ਨੇ ਕੰਮ ਕੀਤਾ। ਗੁਜਰਾਤ ਪੰਚਾਮ੍ਰਿਤ, सुजलाम सुफलाम, खेती महोत्सव, बेटी बचाओ, ज्योति ग्राम योजना, कर्मयोगी अभियान, चिरंजीवी स्वच्छ अग्रही ਅਤੇ ਸਵਾਗਤ ਇਸ ਏਕੀਕ੍ਰਿਤ ਯੋਜਨਾ ਦੇ ਆਯਾਮ ਬਣੇ। ਵੱਖ-ਵੱਖ ਯੋਜਨਾਵਾਂ ਨੂੰ ਇੱਕ ਦਿਸ਼ਾ ਵਿੱਚ ਲਾਗੂ ਕਰਨ ਦਾ ਮੰਤਰ ਰੰਗ ਲਿਆਇਆ। ਗੁਜਰਾਤ ਦੀ ਸਫਲਤਾ ਦੇਸ਼ ਦੇ ਲਈ ਵਿਕਾਸ ਦਾ ਮਾਡਲ ਬਣੀ। ਜਨ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪੀਐਮ ਮੋਦੀ ਨੇ 2014 ਵਿੱਚ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ। ਗੁਜਰਾਤ ਦੇ ਸੁਸ਼ਾਸਨ ਦਾ ਤਜਰਬਾ ਦੇਸ਼ ਵਿੱਚ ਲਾਗੂ ਹੋਇਆ। ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਰਨਾਟਕ ਦਾ ਨਵਰਤਨ ਅਗਹਾਰਾ ਪਿੰਡ। ਇਸ ਪਿੰਡ ਦੇ ਚੌਰਾਹੇ ਵਿੱਚ ਖੜੇ ਹੋ ਕੇ ਦੂਰ ਤੱਕ ਨਜ਼ਰ ਮਾਰੋ, ਲੱਗਦਾ ਹੈ ਕਿ ਜਿਵੇਂ ਕੋਈ ਪਿੰਡ ਨਹੀਂ ਬਲਕਿ ਸੈਲਾਨੀ ਸਥਾਨ ਹੈ। ਪੀਐਮ ਮੋਦੀ ਦਾ ਪਿੰਡਾਂ ਨੂੰ ਇੰਟਰਨੈਟ ਨਾਲ ਜੋੜਨ ਦਾ ਸੁਪਨਾ ਪੂਰਾ ਹੋਇਆ ਇਸ ਪਿੰਡ ਵਿੱਚ। ਇਸ ਪਿੰਡ ਵਿੱਚ ਲੱਗੇ ਵਾਈਫਾਈ ਤੋਂ ਦਿਖਾਈ ਦਿੰਦਾ ਹੈ ਇਸ ਪਿੰਡ ਦਾ ਸ਼ਕਤੀਸ਼ਾਲੀ ਵਿਕਾਸ। ਸਾਫ਼ ਸੁਥਰੀਆਂ ਸੜਕਾਂ, ਆਧੁਨਿਕ ਬੱਸ ਸਟੈਂਡ, ਵਾਟਰ ਪਿਊਰੀਫਾਇਰ ਪਲਾਂਟ ਅਤੇ ਵੇਸਟ ਵਾਟਰ ਮੈਨੇਜਮੈਂਟ ਸਭ ਹਨ ਇੱਥੇ। ਪਿੰਡ ਸਵਰਾਜ ਦੇ ਨਾਲ-ਨਾਲ ਆਧੁਨਿਕਤਾ ਪਿੰਡਾਂ ਦੀ ਪਛਾਣ बन गई है। अभी बहुत सारा पंचायत में, बहुत सारा ग्राम में
और बहुत सारा अभी हमारा देश में बहुत सारा ग्राम विकास हो रहा है, क्योंकि बहुत सारा यंगस्टर्स पॉलिटिक्स में एंटर कर रहे हैं। हमारा ग्राम पंचायत का विशेषत्व क्या है, हम डिजिटलाइजेशन भी यूज़ कर रहे हैं और पूरा ग्राम पंचायत में सीसीटीवी अप्लाई किया हुआ है और फ्री वाईफाई दे रहे हैं पंचायत का ग्राम का सब लोगों के लिए। और हमारा स्वच्छता के लिए बहुत सारा प्रामुख्यता देकर रोज उनका घर का पास जाकर हम लोग ये ड्राई वेस्ट और वेट वेस्ट का कलेक्शन भी कर रहे हैं। ਇਹ ਕਹਾਣੀ ਹੁਣ ਭਾਰਤ ਦੇ ਪਿੰਡ-ਪਿੰਡ ਵਿੱਚ ਲਿਖੀ ਜਾ ਰਹੀ ਹੈ। ਵਧੀਆ ਸਿੱਖਿਆ ਅਤੇ ਬਿਹਤਰ ਸਿਹਤ ਲਈ ਸ਼ਹਿਰਾਂ ਵੱਲ ਪ੍ਰਵਾਸ ਹੁਣ ਰੁਕ ਗਿਆ ਹੈ। ਪੀਐਮ ਮੋਦੀ ਨੇ ਸਿੱਖਿਆ ਨੀਤੀ ਵਿੱਚ ਵੱਡੇ ਬਦਲਾਅ ਕੀਤੇ ਨੇ। ਰੁਜ਼ਗਾਰ ਆਧਾਰਿਤ ਸਿੱਖਿਆ ਹੁਣ ਪਿੰਡਾਂ ਦੇ ਸਕੂਲਾਂ ਨੂੰ ਹੀ ਕੌਸ਼ਲ ਕੇਂਦਰ ਵੀ ਬਣਾ ਰਹੀ ਹੈ। ਪਿੰਡੂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੌਸ਼ਲ ਕੇਂਦਰ ਵੱਡੀ ਭੂਮਿਕਾ ਨਿਭਾ ਰਹੇ ਨੇ। ਪਿੰਡ ਦੇ ਇਸ ਤਰਜੀਹੀ ਸਕੂਲ ਵਿੱਚ ਮੌਜੂਦ ਡਿਜੀਟਲ ਲਾਇਬ੍ਰੇਰੀ ਨੂੰ ਦੇਖੋ। ਲੈਪਟਾਪ ਅਤੇ ਟੈਬ ਦੇ ਜ਼ਰੀਏ ਪੜ੍ਹਾਈ ਕਰਦੇ ਇਹ ਬੱਚੇ ਪੀਐਮ ਮੋਦੀ ਦੇ ਨਵੇਂ ਭਾਰਤ ਦੀ ਤਸਵੀਰ ਦੇਖ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿੰਡਾਂ ਵਿੱਚ ਮੌਜੂਦ ਖੇਡ ਪ੍ਰਤਿਭਾਵਾਂ ਨੂੰ ਵੀ ਮੰਚ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਖੇਲੋ ਇੰਡੀਆ ਯੋਜਨਾ ਦੇ ਜ਼ਰੀਏ ਖੇਡਣ ਦੇ ਮੌਕੇ ਮਿਲੇ ਨੇ। ਅੱਜ ਖੇਡਾਂ ਦੀ ਦੁਨੀਆ ਵਿੱਚ ਦੇਸ਼ ਇੱਕ ਅਲੱਗ ਪਹਿਚਾਨ ਬਣਾ ਰਿਹਾ ਹੈ। ਦੇਸ਼ ਭਰ ਦੇ ਛੋਟੇ-ਛੋਟੇ ਪਿੰਡਾਂ ਦੇ ਨੌਜਵਾਨ ਹੁਣ 올림픽 ਵਿੱਚ ਮੈਡਲ ਜਿੱਤ ਰਹੇ ਨੇ, ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ। ਉਹਨਾਂ ਨੂੰ ਦੇਖ ਕੇ ਕਰੋੜਾਂ ਹੋਰ ਨੌਜਵਾਨਾਂ ਦੇ ਮਨਾਂ ਵਿੱਚ ਹੁਣ ਚੈਂਪੀਅਨ ਬਣਨ ਦੀ ਇੱਛਾ ਜਾਗ ਰਹੀ ਹੈ। ਆਈਟੀ ਦਫ਼ਤਰ ਵੀ ਇਸ ਤਰ੍ਹਾਂ ਦਿਸਣ ਵਾਲਾ ਪੰਚਾਇਤ ਭਵਨ ਹੈ। ਸਰਕਾਰ ਦੀ ਕਿਸੇ ਵੀ ਯੋਜਨਾ ਦੀ ਜਾਣਕਾਰੀ ਇੱਥੇ ਮਿਲਦੀ ਹੈ। ਕੋਈ ਵੀ ਕੰਮ ਹੁਣ ਪਿੰਡ ਵਿੱਚ ਬਣੇ ਜਨ ਸੇਵਾ ਕੇਂਦਰ ਵਿੱਚ ਹੋ ਜਾਂਦਾ ਹੈ। ਕਿਸੇ ਕਾਰਪੋਰੇਸ਼ਨ ਦਫ਼ਤਰ ਵਾਂਗ ਕੰਮ ਕਰਨ ਦੀ ਪ੍ਰੇਰਣਾ ਲੈ ਰਹੇ ਨੇ ਇਸ ਪਿੰਡ ਦੇ ਸੁਵਿਧਾ ਅਤੇ ਜਨ ਸੇਵਾ ਕੇਂਦਰ। ਬਦਲ ਰਹੀ ਹੈ ਆਂਗਨਵਾੜੀ ਅਤੇ ਬਣ ਰਹੇ ਨੇ ਵੈਲਨੈਸ ਸੈਂਟਰ, ਆਰੋਗਯ ਕੇਂਦਰ। ਪਿੰਡਾਂ ਦੇ ਵਿਕਾਸ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਪ੍ਰੇਰਣਾ ਮਿਲਦੀ ਹੈ। ਨਵੇਂ ਭਾਰਤ ਵਿੱਚ ਪਿੰਡੂ ਲੋਕਾਂ ਦੇ ਵਿਕਾਸ ਦਾ ਇਹ ਨਵਾਂ ਤਾਣਾ ਬਾਣਾ ਹੈ। ਗਾਂਧੀ ਅਤੇ ਪਟੇਲ ਦੇ ਦੇਸ਼ ਨੂੰ ਮਜ਼ਬੂਤ ਬਣਾ ਰਹੇ ਨੇ ਨਰਿੰਦਰ ਮੋਦੀ। ਉੱਤਰ ਪ੍ਰਦੇਸ਼ ਵਿੱਚ ਮੇਰਠ ਜ਼ਿਲ੍ਹੇ ਦੇ ਕੈਲੀ ਪਿੰਡ ਦੀ ਕਹਾਣੀ ਵੀ ਖਾਸ ਹੈ। ਸਮੂਹ ਵਿੱਚ ਮੌਜੂਦ ਇਹ ਮਹਿਲਾਵਾਂ ਐਵੇਂ ਖੁਸ਼ ਨਜ਼ਰ ਨਹੀਂ ਆ ਰਹੀਆਂ। ਇਹਨਾਂ ਨੂੰ ਹੁਣ ਸਨਮਾਨ ਨਾਲ ਜਿਉਣ ਦਾ ਹੱਕ ਮਿਲ ਗਿਆ ਹੈ। ਆਪਣੀ ਦਸਤਕਾਰੀ ਕਰਕੇ ਚੰਗੀ ਕਮਾਈ ਤਾਂ ਕਰ ਰਹੀਆਂ ਨੇ। ਇਹਨਾਂ ਦੇ ਪਿੰਡਾਂ ਦੀ ਪੰਚਾਇਤ ਨੇ ਇਹਨਾਂ ਮਹਿਲਾਵਾਂ ਨੂੰ ਸਹਿਕਾਰਿਤਾ ਅੰਦੋਲਨ ਦਾ ਹਿੱਸਾ ਬਣਾਇਆ ਹੈ। ਇਹਨਾਂ ਮਹਿਲਾਵਾਂ ਦੀ ਸਖਤ ਮਿਹਨਤ ਨੇ ਇਹਨਾਂ ਦੇ ਪਿੰਡਾਂ ਨੂੰ आत्मनिर्भर बना देता है। देखो गांव में तो ऐसा कुछ था नहीं, लेकिन बहुत इस चीज़ के लिए भाई हमारे सेक्रेटरी साहब हैं, ये इन्होंने यहाँ पर बैठने के लिए स्थान किया है, बहुत अच्छा लगा। ये हमारे 11 महिलाएं जुड़ी हुई हैं इस समूह से। और जी जो सिलाई है, डेकोरेशन का सामान है, अपना ही करते हैं। लक्ष्मी हमारे ग्रुप का नाम है। बहुत अच्छा काम चल रहा है। पहले हम परेशान थे, अब बिल्कुल खुश। ਸਮੂਹ ਵਿੱਚ ਰਹਿ ਕੇ ਖੁਦ ਦਾ ਵਿਕਾਸ ਇਹ ਮੰਤਰ ਹੈ ਸਹਿਕਾਰਤਾ ਦਾ। ਪਿੰਡ ਅਤੇ ਸਮਾਜ ਨੂੰ ਨਵਾਂ ਰਿਸ਼ਤਾ ਦਿਖਾਉਣਾ ਇਹੀ ਮਕਸਦ ਸੀ ਸਰਦਾਰ ਵੱਲਭ ਭਾਈ ਪਟੇਲ ਦਾ, ਜਿਨ੍ਹਾਂ ਨੇ ਸਹਿਕਾਰੀ ਅੰਦੋਲਨ ਦਾ ਪ੍ਰਯੋਗ ਗੁਜਰਾਤ ਵਿੱਚ ਸਫਲ ਬਣਾਇਆ ਸੀ। ਪੀਐਮ ਮੋਦੀ ਨੇ ਮੁੱਖ ਮੰਤਰੀ ਸਮੇਂ ਸਰਦਾਰ ਵੱਲਭ ਭਾਈ ਪਟੇਲ ਦੇ ਸਰਕਾਰੀ ਅੰਦੋਲਨ ਨੂੰ ਰਫ਼ਤਾਰ ਦਿੱਤੀ। ਗੁਜਰਾਤ ਦਾ ਸਹਿਕਾਰੀ ਅੰਦੋਲਨ ਤਾਂ ਦੁਨੀਆ ਜਾਣਦੀ ਹੀ ਸੀ। ਗੁਜਰਾਤ ਦੇ ਆਨੰਦ ਵਿੱਚ ਮੌਜੂਦ ਅਮੂਲ ਕਿਸੇ ਜ਼ਿਕਰ ਦਾ ਮੁਹਤਾਜ ਨਹੀਂ, ਪਰੰਤੂ ਕਿਵੇਂ ਗੁਜਰਾਤ ਦੇ ਅਮਰੋਲੀ ਜ਼ਿਲ੍ਹੇ ਦੇ ਸੁਦੂਰ ਇਲਾਕੇ ਦੇ ਲੋਕਾਂ ਨੂੰ ਸਹਿਕਾਰੀ ਮਾਡਲ ਨਾਲ ਜੋੜਿਆ ਗਿਆ, ਉਹ ਇੱਕ ਅਲੱਗ ਕਹਾਣੀ ਹੈ। ਅੱਜ ਇੱਥੋਂ ਦੇ ਕਿਸਾਨ ਖਾਦ ਵੀ ਬਣਾਉਂਦੇ ਨੇ, ਪਸ਼ੂ ਚਾਰਾ ਵੀ ਵੇਚਦੇ ਨੇ ਅਤੇ ਖੁਦ ਲਈ ਕਮਾਈ ਤਾਂ ਕਰ ਹੀ ਰਹੇ ਨੇ। ਉਹ ਸੂਬੇ ਦੀ ਅਰਥ ਵਿਵਸਥਾ ਤੇ ਪੇਂਡੂ ਅਰਥ ਵਿਵਸਥਾ ਨੂੰ ਵੀ ਮਜ਼ਬੂਤ ਕਰ ਰਹੇ ਨੇ। ਮੋਦੀ ਜੀ ਦੀ ਪ੍ਰੇਰਣਾ ਨਾਲ ਹੀ ਇਹ ਕੰਮ ਕੀਤਾ ਹੈ दिलीप संधानी ने। सहकारिता की बात अगर भारत के प्रक्षेप पे करनी हो तो अमूल एक बहुत ही सक्सेसफुल सहकारिता का मॉडल है और एक आत्मनिर्भरता की तस्वीर है। देश ही नहीं दुनिया ਲਈ ਸਹਿਕਾਰੀ ਸਮਿਤੀ ਵਿਕਾਸ ਦਾ ਮਾਡਲ ਹੈ। ਇਹ ਦੁਨੀਆ ਨੂੰ ਪ੍ਰੇਰਿਤ ਕਰ ਰਿਹਾ ਹੈ। ਸਹਿਕਾਰਤਾ ਨਾਲ ਖੁਸ਼ਹਾਲੀ ਦੇ ਰਸਤੇ ਤੇ ਗੁਜਰਾਤ ਦਾ ਤਜਰਬਾ ਹੁਣ ਦੁਨੀਆ ਵੀ ਜਾਣਨਾ ਚਾਹੁੰਦੀ ਹੈ। ਦੇਸ਼ ਦੀ ਇੱਕ ਪੰਚਾਇਤ ਤੱਕ ਪਹੁੰਚੇ ਸਹਿਕਾਰਤਾ ਦਾ ਮਾਡਲ, ਇਹ ਸੁਪਨਾ ਹੈ ਪੀਐਮ ਦਾ। ਪੀਐਮ ਨਰਿੰਦਰ ਮੋਦੀ ਹੁਣ ਦੇਸ਼ ਨੂੰ ਸਹਿਕਾਰਤਾ ਦੀ ਖੁਸ਼ਹਾਲੀ ਦੇ ਰਸਤੇ ਤੇ ਲਿਜਾਣ ਲਈ ਪ੍ਰਣ ਕਰ ਚੁੱਕੇ ਨੇ।
ਨਵੇਂ ਸਹਿਕਾਰਤਾ ਮੰਤਰਾਲੇ ਦਾ ਗਠਨ ਇਸ ਲਈ ਹੋਇਆ ਹੈ। ਸਹਿਕਾਰਤਾ ਦੇ ਜ਼ਰੀਏ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੀ ਸੋਚ ਜਾਗ ਚੁੱਕੀ ਹੈ। ਸਹਿਕਾਰਤਾ ਅੰਦੋਲਨ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਮੋਦੀ ਸਰਕਾਰ ਲੱਗ ਚੁੱਕੀ ਹੈ। सहकारवाद हमारी परंपरा, हमारी संस्कारों के भी अनुकूल है। कोऑपरेटिव ये सिर्फ कानून नियमों की जंजाल वाली एक व्यवस्था नहीं है, बल्कि कोऑपरेटिव एक स्पिरिट है, कोऑपरेटिव एक संस्कार है, एक कोऑपरेटिव एक सामूहिक चलने की मन प्रवृत्ति है। उनका सशक्तिकरण हो, इसके लिए हमने अलग मंत्रालय बनाकर इस दिशा में कदम उठाया है। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਡਨਗਰ ਵਰਗੇ ਛੋਟੇ ਜਿਹੇ ਪਿੰਡ ਤੋਂ ਸੰਘਰਸ਼ ਸ਼ੁਰੂ ਕੀਤਾ ਸੀ। ਗਰੀਬੀ ਦੀ ਨੀਂਹ ਵਿੱਚ ਤਪ ਕੇ ਅੱਜ ਵਿਸ਼ਵ ਮੰਚ ਤੱਕ ਪਹੁੰਚੇ ਨੇ। ਭਾਰਤ ਦੀ ਬੁਨਿਆਦ ਨੂੰ ਮਜ਼ਬੂਤ ਬਣਾਇਆ ਹੈ। ਉਹ ਅੱਜ ਵੀ ਮੰਨਦੇ ਨੇ ਕਿ ਜੀਵਨ ਸਿੱਖਣ ਲਈ ਇੱਕ ਲਗਾਤਾਰ ਪ੍ਰਕਿਰਿਆ ਹੈ। ਉਹ ਇਹ ਗੱਲ ਕਹਿੰਦੇ ਨੇ, ਅੱਜ ਵੀ ਬੱਚਿਆਂ ਤੇ ਨੌਜਵਾਨਾਂ ਤੋਂ ਪੇਂਡੂ ਜੀਵਨ ਤੋਂ ਉਹ ਪ੍ਰੇਰਨਾ ਲੈਂਦੇ ਨੇ। ਤਕਨੀਕ ਦੇ ਨਵੇਂ ਵਿਚਾਰ ਤੋਂ ਜਿੰਨਾ ਵੀ ਸੰਭਵ ਹੋ ਸਕੇ ਸਿੱਖਿਆ ਜਾਵੇ, ਇਸੇ ਯਤਨ ਵਿੱਚ ਮੋਦੀ ਜੀ ਲੱਗੇ ਰਹਿੰਦੇ ਨੇ। ਪਿੰਡਾਂ ਵਿੱਚ ਜਨ ਸੇਵਾ ਸਹਿਕਾਰੀ ਅੰਦੋਲਨ ਦੀ ਅਲਖ ਪੂਰੇ ਦੇਸ਼ ਵਿੱਚ ਜਲੇ। ਬਿਹਾਰ ਵਰਗੇ ਪਿਛੜੇ ਸੂਬਿਆਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਸਹਿਕਾਰਤਾ ਮਿਲੇ। ਉੱਥੋਂ ਦਾ ਨੌਜਵਾਨ ਕਿਸਮਤ ਲਿਖੇ ਵਿਕਾਸ ਦੇ ਨਵੇਂ ਤਾਨੇ-ਬਾਨੇ ਨਾਲ, ਜਿਸ ਦਾ ਨਾਂ ਹੈ ਸਹਿਕਾਰਿਤਾ। ਬਿਹਾਰ ਦੇ ਪਟਨਾ ਤੋਂ 50 ਕਿਲੋਮੀਟਰ ਦੂਰ ਮਨੇਰ ਪਿੰਡ, ਇੱਥੇ ਸ਼ੋਭਾ ਦੇਵੀ, ਰਾਜਕੁਮਾਰੀ, ਪਾਰਵਤੀ ਵਰਗੀਆਂ ਗਰੀਬ ਮਹਿਲਾਵਾਂ ਕਿਸੇ ਵੇਲੇ ਖੇਤ ਮਜ਼ਦੂਰੀ ਕਰਦੀਆਂ ਸਨ। ਫਸਲਾਂ ਦੀ ਕਟਾਈ, ਬਿਜਾਈ ਤੋਂ ਇਲਾਵਾ ਕੋਈ ਕੰਮ ਧੰਦਾ ਇਹਨਾਂ ਕੋਲ ਨਹੀਂ ਸੀ। ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੀ ਇਹਨਾਂ ਲਈ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਸੀ। ਪਰੰਤੂ ਪੀਐਮ ਮੋਦੀ ਦੇ ਸਹਿਕਾਰੀ ਮਾਡਲ ਨੇ ਖੁਸ਼ਹਾਲੀ ਦੀ ਸੋਚ ਦਾ ਬੀਜ ਬੋਇਆ। ਬਿਹਾਰ ਦੇ ਇਹਨਾਂ ਇਲਾਕਿਆਂ ਵਿੱਚ ਅਲਖ ਜਗ ਚੁੱਕੀ ਹੈ ਕਿ ਹੁਣ ਇਹ ਮਹਿਲਾਵਾਂ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੋਂ ਲਾਭ ਲੈ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਿਕਾਰੀ ਅੰਦੋਲਨ ਰੋਜ਼ਗਾਰ ਵੀ ਦੇ ਰਿਹਾ ਹੈ ਅਤੇ ਸਵੈ ਰੋਜ਼ਗਾਰ ਦਾ ਹੌਸਲਾ ਵੀ। ਕਿਸਾਨਾਂ, ਪੇਂਡੂ ਕਾਰੀਗਰਾਂ, ਭੂਮੀਹੀਨ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਰਹੀ ਹੈ। ਮਹਿਲਾਵਾਂ ਘਰ ਦੀ ਆਮਦਨ ਵਧਾ ਰਹੀਆਂ ਨੇ। ਸਮਾਜ ਦੇ ਕਮਜ਼ੋਰ ਤੇ ਪਿਛੜੇ ਵਰਗਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਹੈ। ਤਕਨੀਕ ਦੀ ਵਰਤੋਂ ਨਾਲ ਪਿੰਡ ਇੱਕ ਚੰਗਾ ਉਤਪਾਦਕ ਬਣ ਗਿਆ ਹੈ। ਦੇਸ਼ ਦੇ ਵਿਕਾਸ ਵਿੱਚ ਪੇਂਡੂ ਭਾਰਤੀ ਆਪਣਾ ਯੋਗਦਾਨ ਦੇ ਰਿਹਾ ਹੈ। ਸ਼ਕਤੀਸ਼ਾਲੀ, ਮਜ਼ਬੂਤ, ਆਤਮ ਨਿਰਭਰ ਤੇ ਖੁਸ਼ਹਾਲ ਪਿੰਡ ਹੁਣ ਹਕੀਕਤ ਬਣ ਰਹੇ ਨੇ। ਦੇਸ਼ ਦੇ ਗਰੀਬਾਂ, ਪੇਂਡੂ ਖੇਤਰ ਤੇ ਦੂਰ ਦਰਾਡੇ ਇਲਾਕਿਆਂ ਵਿੱਚ ਵੀ ਭ੍ਰਿਸ਼ਟਾਚਾਰ ਘੱਟ ਹੋਇਆ ਹੈ। ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਲੋਕਾਂ ਦੇ ਖਾਤਿਆਂ ਨੂੰ ਆਧਾਰ ਕਾਰਡ ਅਤੇ ਮੋਬਾਈਲ ਨਾਲ ਜੋੜ ਕੇ ਦਲਾਲ ਤੇ ਵਿਚੋਲੀਆਂ ਦਾ ਖਾਤਮਾ ਹੋਇਆ ਹੈ। ਭ੍ਰਿਸ਼ਟਾਚਾਰ ਨੂੰ ਜੜ ਤੋਂ ਉਖਾੜ ਦਿੱਤਾ ਗਿਆ ਹੈ। ਹੁਣ 1.5 ਲੱਖ ਤੋਂ ਜ਼ਿਆਦਾ ਪੰਚਾਇਤਾਂ ਵਿੱਚ ਬ੍ਰਾਡਬੈਂਡ ਦਾ ਜਾਲ ਹੈ। ਦੇਸ਼ ਦੇ ਪਿੰਡਾਂ ਵਿੱਚ 3.5 ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰ ਵੀ ਨੇ। ਇਹਨਾਂ ਵਿੱਚ ਲੋਕਾਂ ਦਾ ਜੀਵਨ ਬਦਲਦਾ ਨਜ਼ਰ ਆ ਰਿਹਾ ਹੈ। ਸਸਤੇ ਅਤੇ ਚੰਗੇ ਮੋਬਾਈਲ ਅੱਜ ਹਰ ਪੇਂਡੂ ਦੇ ਹੱਥਾਂ ਵਿੱਚ ਨੇ। ਉਹਨਾਂ ਨੂੰ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਦਿਵਾ ਰਹੇ ਨੇ। ਪੇਂਡੂ ਭਾਰਤ ਵਿੱਚ ਘਰ-ਘਰ ਬਿਜਲੀ ਪਹੁੰਚਾ ਕੇ ਡਿਜੀਟਲ ਪਿੰਡਾਂ ਦੀ ਸ਼ੁਰੂਆਤ ਹੋਈ ਸੀ। ਲੋਕਾਂ ਦੀ ਜ਼ਿੰਦਗੀ ਤੋਂ ਹਨੇਰਾ ਦੂਰ ਕਰਕੇ ਉਜਾਲਾ ਫੈਲਾਇਆ ਗਿਆ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਬਲਬ ਦੀ ਰੋਸ਼ਨੀ ਨਸੀਬ ਨਹੀਂ ਸੀ ਇੱਕ ਵੱਡੇ ਪੇਂਡੂ ਭਾਰਤ ਨੂੰ। ਪੀਐਮ ਮੋਦੀ ਨੇ ਇੱਕ ਹੀ ਫੈਸਲੇ ਨਾਲ ਇਨ੍ਹਾਂ 18,000 ਪਿੰਡਾਂ ਵਿੱਚ ਬਿਜਲੀ ਪਹੁੰਚਾਈ। ਖੰਭੇ ਅਤੇ ਚਮਕਦੀਆਂ ਤਾਰਾਂ ਨੇ 85 ਲੱਖ ਘਰਾਂ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਭਰ ਦਿੱਤੀਆਂ। हमारी पहले लाइट ही नहीं थी, तो अब लाइट आ गई तो हमारे बच्चे थे पहले दिन ही चलाते थे, दिन ही चला के तो मतलब बसर था वो नहीं हो रहा था। अब लाइट तो चल रही है तो हमारे बच्चे भी थोड़ा पढ़ाई करेंगे, पढ़ाई की तरफ ध्यान देंगे और माशाल्लाह तो ध्यान दे के तो ये मुलाजिम बन सकते हैं। इनका सपना भी अच्छा होगा। बिजली आने से हमें बहुत फ़ायदा हुआ। हमारे छोटे बच्चे जब स्कूल जाते थे ना, उस टाइम में जब टीचर उनको बोलते थे कि शाम को पढ़ाई करना, जब अंधेरे में दिने लगा जलाते थे, उस दिने जलाकर हमारे बच्चे पढ़ते थे। हमें बहुत दिक्कत आती थी। और जब ये बिजली चली कि कुछ अरसे में इन्हें बिजली स्टोर कर दी, 1 साल में 2-3 महीने में इन्हें बिजली हमें चला कर दी। ਪੇਂਡੂ ਭਾਰਤ ਦੀਆਂ ਮਹਿਲਾਵਾਂ ਨੂੰ ਧੂਏ ਅਤੇ ਮਿੱਟੀ ਦੇ ਚੁੱਲ੍ਹਿਆਂ ਤੋਂ ਆਜ਼ਾਦੀ ਦਿਵਾਈ ਉਜਵਲਾ ਗੈਸ ਯੋਜਨਾ ਨੇ। ਇਸ ਯੋਜਨਾ ਦੇ ਮਾਧਿਅਮ ਨਾਲ ਪਿੰਡਾਂ ਦੇ ਕਈ ਲੱਖਾਂ ਘਰਾਂ ਤੱਕ LPG ਦੇ ਕਨੈਕਸ਼ਨ ਮੁਫਤ ਦਿੱਤੇ ਗਏ। उजाला योजना से गैस पाया ना, अभी मैं 1 घंटा में 2 घंटा में मेरा खाना ख़त्म हो जाता है, बना देती हूँ।
फिर इसी के टाइम जो निकलते हैं ना वो टाइम से मैं जाकर कुछ काम करके कमाती हूँ। वो काम भी मेरा सिले का दुकान है, वही इसे मैं अपना गुजरान मेंटाती हूँ और मेरा दवाई खर्च वही ये करती हूँ। पहले हम लकड़ी के चूल्हे में जलाते थे, फिर उसमें धुआं निकलता था, फिर वो मुंह में जाता था, हम बच्चे को भी ध्यान नहीं दे पाते थे, तो इसलिए हमने अप्लाई किया उजाला हमको, तो अप्लाई करने से ये मिला। इसमें फ़ायदा ये है कि हम बच्चे को भी देख सकते हैं, हमें टाइम भी बचता है और धुआं भी नहीं निकलता है, हम जल्दी जल्दी से कुछ बना भी सकते हैं, उसमें धुआं भी नहीं निकलता है। इन्ना ही नहीं, ਪੰਚਾਇਤਾਂ ਨੇ ਪਿੰਡ ਦੀਆਂ ਸੜਕਾਂ ਨੂੰ ਪੱਕਾ ਕੀਤਾ। ਸੋਲਰ ਨਾਲ ਜਲਣ ਵਾਲੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਨੇ। ਹੁਣ ਸ਼ਹਿਰਾਂ ਵਿੱਚ ਹੀ ਨਹੀਂ, ਪਿੰਡਾਂ ਦੀਆਂ ਗਲੀਆਂ ਵਿੱਚ ਵੀ ਨਵੇਂ ਭਾਰਤ ਦੀ ਕਹਾਣੀ ਹੈ, ਜੋ ਪਿੰਡ ਦੇ ਹੀ ਨੌਜਵਾਨ ਖੁਦ ਲਿਖ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੇਵਾ, ਸਮਰਪਣ ਅਤੇ ਸੁਸ਼ਾਸਨ ਦੀ ਦੂਰਦਰਸ਼ੀ ਸੋਚ ਨਾਲ ਦੇਸ਼ ਜੁੜ ਗਿਆ ਹੈ। ਹਰ ਖੇਤਰ ਵਿੱਚ ਤਕਨੀਕ ਨੂੰ ਬੜਾਵਾ ਦੇਣ ਦੀ ਪਹਿਲ ਹੈ। ਦਿਨ ਰਾਤ ਰਾਸ਼ਟਰ ਅਤੇ ਜਨ ਸੇਵਾ ਲਈ ਕੰਮ ਕਰਨ ਦੀ ਇੱਛਾ ਸ਼ਕਤੀ ਇੱਕ ਪ੍ਰੇਰਨਾ ਹੈ ਨੌਜਵਾਨਾਂ ਲਈ। ਕਾਰਨ ਹੈ ਕਿ ਨਵਾਂ ਭਾਰਤ ਹੁਣ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਨ ਬਣਾ ਚੁੱਕਾ ਹੈ।